ਤੁਹਾਨੂੰ ਸਾਰਿਆਂ ਨੂੰ ਜੈਮਸੀ ਦੀ ਮੈਂ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਦਿਨ ਦੇ ਲਈ। ਪ੍ਰਭੂ ਨੇ ਅੱਜ ਦਾ ਦਿਨ ਸਾਡੇ ਜੀਵਨ ਦੇ ਵਿੱਚ ਦਿੱਤਾ ਔਰ ਅੱਜ ਇੱਕ ਨਵੇਂ ਥਾਟ ਦੇ ਨਾਲ ਜੋ ਪ੍ਰਭੂ ਨੇ ਮੈਨੂੰ ਦਿੱਤਾ ਜਦੋਂ ਮੈਂ ਬਾਈਬਲ ਪੜ੍ਹ ਰਹੀ ਸੀ ਔਰ ਸੋਚ ਰਹੀ ਸੀ ਇਸ ਸਿਚੁਏਸ਼ਨ ਬਾਰੇ, ਕਰੋਨਾ ਵਾਇਰਸ ਬਾਰੇ, ਲੋਕਡਾਊਨ ਬਾਰੇ, ਕਿੰਨੇ ਕੁ ਦਿਨ ਤੱਕ ਚੱਲੇਗਾ ਔਰ ਕਿੰਨੀ ਮੁਸੀਬਤ 'ਚ ਨੇ ਸਾਰੇ ਪੂਰੀ ਦੁਨੀਆ ਦੇ ਵਿੱਚ ਇੱਕ ਕਹਿਰ, ਇੱਕ ਮੁਸ਼ਕਿਲ ਜਿਹੜੀ ਆ ਉਹ ਆ ਚੁੱਕੀ ਆ ਔਰ ਕਿੱਦਾਂ ਸਾਰੇ ਇੱਕ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਨੇ। ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਲੋਕਾਂ ਨੂੰ, ਬਹੁਤ ਜ਼ਿਆਦਾ ਕੋਈ ਬਿਮਾਰ ਨੇ, ਕਿਸੇ ਦੇ ਘਰ ਰਾਸ਼ਨ ਨਹੀਂ ਹੈ, ਕਿਸੇ ਦੇ ਘਰ ਪੈਸਾ ਨਹੀਂ ਆ। ਸੋ ਜਦੋਂ ਮੈਂ ਇਸ ਸਾਰੀ ਸਿਚੁਏਸ਼ਨ ਬਾਰੇ ਸੋਚ ਰਹੀ ਸੀ ਮੇਰਾ ਮਨ ਬਹੁਤ ਦੁਖੀ ਹੋ ਰਿਹਾ ਸੀ, ਬਹੁਤ ਜ਼ਿਆਦਾ ਮੈਂ ਆਪਣੇ ਮਨ ਦੇ ਵਿੱਚ ਕਹਿ ਲਓ ਸੈਡ ਫੀਲ ਕਰ ਰਹੀ ਸੀ ਉਹਨਾਂ ਲੋਕਾਂ ਬਾਰੇ ਸੋਚ ਕੇ ਜੋ ਬਿਲਕੁਲ ਸੁਬਾਹ ਕਮਾਉਂਦੇ ਨੇ ਅਤੇ ਸ਼ਾਮ ਨੂੰ ਖਾਂਦੇ ਨੇ। ਔਰ ਮੈਂ ਪ੍ਰਾਰਥਨਾ ਵੀ ਕਰ ਰਹੀ ਸੀ, ਪਰਮੇਸ਼ਰ ਤੁਸੀਂ ਉਹਨਾਂ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾਉਣਾ, ਉਹਨਾਂ ਨੂੰ ਹਰ ਇੱਕ ਚੀਜ਼ ਦੇਣਾ ਜੋ ਚਾਹੀਦੀ ਆ ਔਰ ਜਿਨ੍ਹਾਂ ਦੇ ਕੋਲ ਇਸ ਟਾਈਮ ਖਾਣ ਲਈ ਕੁਛ ਨਹੀਂ ਹੈ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਓ। ਔਰ ਮੈਂ ਜਦੋਂ ਪ੍ਰਾਰਥਨਾ ਕਰਦੇ ਕਰਦੇ ਜਦੋਂ ਮੈਂ ਪ੍ਰਭੂ ਦੇ ਵਚਨ ਨੂੰ ਪੜ੍ਹਨਾ ਸ਼ੁਰੂ ਕੀਤਾ ਸੋ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਆਈਏ ਆਪਣੀ ਬਾਈਬਲ ਨੂੰ ਖੋਲੀਏ। ਫਿਲੀਪੀਅਨਸ ਉਹਦਾ 4 ਅਧਿਆਏ ਉਹਦੀ 4 ਆਇਤ ਨੂੰ ਪੜ੍ਹੀਏ। ਤੁਸੀਂ ਵੀ ਪੜ੍ਹੋ, ਮੈਂ ਵੀ ਪੜ੍ਹ ਕੇ ਤੁਹਾਨੂੰ ਦੱਸਾਂਗੀ। ਔਰ ਸਾਰੀਆਂ ਆਇਤਾਂ ਜੋ ਮੈਂ ਪੜ੍ਹਨ ਜਾ ਰਹੀ ਹਾਂ, ਜੋ ਪ੍ਰਭੂ ਦੇ ਵਚਨ ਦੇ ਵਿੱਚੋਂ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ, ਉਹ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੀਚੇ ਦੇ ਦੇਵਾਂਗੀ ਅਤੇ ਤੁਸੀਂ ਉਹਨਾਂ ਨੂੰ ਬਾਅਦ ਵਿੱਚ ਵੀ ਪੜ੍ਹ ਸਕਦੇ ਹੋ। ਇੱਥੇ ਲਿਖਿਆ, ਮੈਂ ਇੰਗਲਿਸ਼ ਦੀ ਬਾਈਬਲ ਪੜ੍ਹਦੀ ਹਾਂ ਔਰ ਮੇਰੇ ਕੋਲ ਇੰਗਲਿਸ਼ ਦੀ ਹੀ ਬਾਈਬਲ ਹੈ, ਮੈਂ ਇੰਗਲਿਸ਼ 'ਚ ਪੜ੍ਹਾਂਗੀ। ਫਿਲੀਪੀਆਂ 4 ਅਧਿਆਏ ਉਹਦੀ 4 ਆਇਤ ਦੇ ਵਿੱਚ ਲਿਖਿਆ ਹੈ, Rejoice in the Lord always. I will say it again, rejoice. Let your gentleness be evident to all. The Lord is near. ਸੋ ਜਦੋਂ ਮੈਂ ਇਸ ਚੀਜ਼ ਨੂੰ ਪੜ੍ਹਿਆ, ਪੰਜਾਬੀ ਦੇ ਵਿੱਚ ਲਿਖਿਆ ਆ, ਆਨੰਦਿਤ ਹੋਵੋ। ਔਰ ਫਿਰ ਮੈਂ ਤੁਹਾਨੂੰ ਕਹਿਣਾ ਆ, ਆਨੰਦਿਤ ਹੋਵੋ। ਜਦੋਂ ਮੈਂ ਇਸ ਚੀਜ਼ ਨੂੰ ਪੜ੍ਹ ਰਹੀ ਸੀ ਕਿ ਪੌਲੁਸ ਇੱਕ ਵਾਰੀ ਨਹੀਂ 2 ਵਾਰ ਕਹਿ ਰਿਹਾ ਆਨੰਦਿਤ ਹੋਵੋ, ਫਿਰ ਕਹਿ ਰਿਹਾ ਕਿ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਆਨੰਦਿਤ ਹੋਵੋ। ਔਰ ਮੈਂ ਸੋਚਿਆ 2 ਵਾਰੀ ਪੌਲੁਸ ਇਹ ਗੱਲ ਕਿਉਂ ਕਹਿ ਰਿਹਾ ਆ। ਔਰ ਫਿਲੀਪੀਆਂ ਦੀ ਪੱਤਰੀ ਜੋ ਆ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਸੰਤ ਪੌਲੁਸ ਜੀ ਨੇ ਲਿਖੀ ਆ ਫਿਲੀਪੀਆਂ ਦੀ ਕਲੀਸਿਆ ਨੂੰ। ਔਰ ਇਹਦੇ ਵਿੱਚ ਜਦੋਂ ਮੈਂ ਇਹਦੀ ਹਿਸਟਰੀ ਨੂੰ ਪੜ੍ਹਿਆ, ਬੈਕਗਰਾਊਂਡ ਨੂੰ, ਉਸ ਟਾਈਮ ਮੈਂ ਦੇਖਿਆ ਸੰਤ ਪੌਲੁਸ ਇਸ ਟਾਈਮ ਜੇਲ੍ਹ ਦੇ ਵਿੱਚ ਸੀ ਜਦੋਂ ਉਹ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਸੀ ਅਤੇ ਉਹਨਾਂ ਨੂੰ ਮਾਰਿਆ ਜਾਂਦਾ ਸੀ, ਉਹਨਾਂ ਨੂੰ ਚੁੱਪ ਕਰਵਾਇਆ ਜਾਂਦਾ ਸੀ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਜਾਂਦਾ ਸੀ। ਬਹੁਤ ਕੁਛ ਉਹਨਾਂ ਦੇ ਨਾਲ ਹੁੰਦਾ ਸੀ ਜਦੋਂ ਉਹ ਪ੍ਰਭੂ ਦਾ ਵਚਨ ਅੱਗੇ ਦੀ ਅੱਗੇ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਫੈਲਾ ਰਹੇ ਸੀ। ਉਹਨਾਂ ਨੂੰ ਮਾਰ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਭੁੱਖਾਂ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਪਰ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਉਹ ਇੰਨੀ ਮੁਸੀਬਤ ਦੇ ਵਿੱਚ ਵੀ ਹੋ ਕੇ, ਜੇ ਕੋਈ ਜੇਲ੍ਹ ਦੇ ਵਿੱਚ ਹੋਏਗਾ, ਸੋਚੋ ਤੁਸੀਂ ਉਹਦੀ ਕੰਡੀਸ਼ਨ ਕੀ ਹੋਏਗੀ, ਉਹ ਕੀ ਫੀਲ ਕਰ ਰਿਹਾ ਹੋਏਗਾ, ਮੈਂ ਇੱਥੋਂ ਨਿਕਲ ਜਾਵਾਂ, ਬਹੁਤ ਜ਼ਿਆਦਾ ਬੁਰਾ ਹਾਲ ਆ। ਪਰ ਕਹਿ ਲਓ ਕਿ ਸੰਤ ਪੌਲੁਸ ਜੋ ਨੇ ਉਹ ਜੇਲ੍ਹ ਦੇ ਵਿੱਚ ਬੈਠ ਕੇ ਵੀ ਕਹਿ ਰਹੇ ਨੇ ਆਨੰਦਿਤ ਰਹੋ। ਫਿਰ ਮੈਂ ਤੁਹਾਨੂੰ ਕਹਿ ਰਿਹਾ ਹਾਂ ਆਨੰਦਿਤ ਰਹੋ। ਕਿੰਨਾ ਔਖਾ ਹੋਏਗਾ ਉਹਨਾਂ ਦੇ ਲਈ ਇਸ ਚੀਜ਼ ਨੂੰ ਲਿਖਣਾ। ਔਰ ਲਿਖਿਆ ਹੋਇਆ ਆ ਕਿ ਲਾਰਡ ਇਜ਼ ਨੀਅਰ, ਡੂ ਨਾਟ ਬੀ ਵਰੀਡ ਅਬਾਊਟ ਐਨੀਥਿੰਗ, ਕਿ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਜਿਹੜੀ ਆ ਉਹ ਨਾ ਕਰੋ ਕਿਉਂਕਿ ਪਰਮੇਸ਼ਰ ਕੀ ਆ, ਨੇੜੇ ਆ। ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਜੇ ਤੁਹਾਡੇ ਕੋਲ ਅੱਜ ਖਾਣ ਦੇ ਲਈ ਨਹੀਂ ਹੈਗਾ, ਪਾਉਣ ਦੇ ਲਈ ਨਹੀਂ ਹੈਗਾ, ਤੁਸੀਂ ਸਿਰਫ ਔਰ ਸਿਰਫ ਪ੍ਰਾਰਥਨਾ ਕਰੋ। ਅਗਲੀਆਂ ਆਇਤਾਂ ਦੇ ਵਿੱਚ ਲਿਖਿਆ ਹੋਇਆ ਆ, ਜਦੋਂ ਤੁਸੀਂ 6 ਆਇਤ ਨੂੰ ਪੜ੍ਹੋਗੇ ਉਹਦੇ ਵਿੱਚ ਹੀ ਲਿਖਿਆ ਆ ਕਿ ਡੂ ਨਾਟ ਵਰੀਡ ਅਬਾਊਟ ਐਨੀਥਿੰਗ ਬਟ ਇਨ ਐਵਰੀ ਸਿਚੁਏਸ਼ਨ by prayer and patience with thanksgiving present your request to God। ਕਿ ਜੋ ਕੁਛ ਤੁਸੀਂ ਸਿਚੁਏਸ਼ਨ ਦੇ ਵਿੱਚ ਜੋ ਕੁਛ ਤੁਸੀਂ ਸਹਿ ਰਹੇ ਹੋ, ਔਰ ਇਹ ਵੀ ਯਾਦ ਰੱਖੋ ਕਿ ਉਸ ਸਿਚੁਏਸ਼ਨ 'ਚ ਤੁਸੀਂ ਆਪਣੇ ਆਪ ਨੂੰ ਇਕੱਲੇ ਨਾ ਸਮਝੋ। ਉਹ ਸਿਚੁਏਸ਼ਨ ਦੇ ਵਿੱਚ ਪਰਮੇਸ਼ਰ ਤੁਹਾਡੇ ਨਾਲ ਆ, ਪਰਮੇਸ਼ਰ ਤੁਹਾਡੇ ਲਾਗੇ ਆ। ਔਰ ਪੌਲੁਸ ਇਸ ਗੱਲ ਨੂੰ ਇਸ ਕਰਕੇ ਲਿਖ ਰਹੇ ਨੇ ਕਿਉਂਕਿ ਉਹ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦਾ ਔਰ ਦੁਬਾਰਾ ਆਉਣ ਦੀ ਸਾਮਰਥ ਜਿਹੜੀ ਆ ਉਹਨੂੰ ਦੇਖ ਰਹੇ ਸੀ। ਔਰ ਇਸ ਕਰਕੇ ਉਹਨਾਂ ਨੂੰ ਉਹ ਦੁੱਖ, ਉਹ ਦਰਦ ਜਿਹੜਾ ਇੰਨਾ ਮਹਿਸੂਸ ਨਹੀਂ ਸੀ ਹੋ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਪ੍ਰਭੂ ਯਿਸੂ ਮਸੀਹ ਨੂੰ ਜਿਹੜੀ ਸਾਮਰਥ ਮੁਰਦਿਆਂ ਦੇ ਵਿੱਚੋਂ ਉਠਾ ਸਕਦੀ ਹੈ, ਜਿਹੜੀ ਪ੍ਰਭੂ ਯਿਸੂ ਮਸੀਹ ਨੂੰ ਸਾਮਰਥ ਜਿਹੜੀ ਆ ਇੱਕ ਦੁਬਾਰਾ ਲੈ ਕੇ ਆ ਸਕਦੀ ਆ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਯਿਸੂ ਮਸੀਹ ਜਲਦੀ ਆ ਰਹੇ ਨੇ, ਦੂਸਰਾ ਆਗਮਨ ਉਹਨਾਂ ਦਾ ਹੋਏਗਾ। ਸੋ ਪੌਲੁਸ ਜਿਹੜਾ ਉਹ
ਪਵਿੱਤਰ ਆਤਮਾ ਤੇ ਉਸ ਸਾਮਰਥ ਦੇ ਉੱਤੇ ਇੰਨਾ ਟਰਸਟ ਕਰ ਰਹੇ ਨੇ ਕਿ ਪ੍ਰਭੂ ਯੀਸ਼ੂ ਮਸੀਹ ਨੂੰ ਜਿਹੜੀ ਸਾਮਰਥ ਪਰਮੇਸ਼ਵਰ ਦੀ ਉਹਨੇ ਜ਼ਿੰਦਾ ਕੀਤਾ, ਉਹਨੇ ਉਠਾਇਆ। ਔਰ ਇਸ ਕਰਕੇ ਜਿਹੜਾ ਪੌਲੁਸ ਆ ਉਹ ਇਸ ਗੱਲ ਨੂੰ ਕਹਿ ਰਿਹਾ ਆ ਕਿ ਤੁਸੀਂ ਚਿੰਤਾ ਨਾ ਕਰੋ, ਕਿਉਂਕਿ ਪਰਮੇਸ਼ਵਰ ਨੇੜੇ ਆ, ਪ੍ਰਭੂ ਦਾ ਆਤਮਾ ਸਾਡੇ ਨੇੜੇ ਆ ਔਰ ਜਲਦੀ ਹੀ ਉਹ ਆਉਣ ਵਾਲਾ। ਔਰ ਰੋਮੀਆਂ ਦੇ ਵਿੱਚ ਲਿਖਿਆ ਆ ਕਿ ਜਿਹੜੇ ਤੁਹਾਡੇ ਦੁੱਖ ਨੇ, ਹੋਣ ਦੇ ਦੁੱਖ, ਜਿਹੜੇ ਇਸ ਟਾਈਮ ਦੇ ਦੁੱਖ ਤਕਲੀਫਾਂ ਨੇ, ਉਹ ਆਉਣ ਵਾਲੀ ਮਹਿਮਾ ਦੇ ਅੱਗੇ ਕੁਛ ਵੀ ਨਹੀਂ ਹੈਗੇ। ਜਿਹੜੀ ਮਹਿਮਾ, ਜਿਹੜਾ ਪ੍ਰਤਾਪ, ਜਿਹੜੀ ਗਲੋਰੀ ਜਿਹਦੇ ਵਿੱਚ ਪਰਮੇਸ਼ਵਰ ਸਾਨੂੰ ਸਾਰਿਆਂ ਨੂੰ ਇਕੱਠਾ ਕਰਨ ਵਾਲੇ ਆ, ਉਹ ਉਹਦੇ ਸਾਹਮਣੇ ਸਾਡੇ ਹੋਣ ਦੇ ਦੁੱਖ, ਹੋਣ ਦੇ ਕਸ਼ਟ ਕੁਛ ਵੀ ਨਹੀਂ ਹੈਗੇ। ਕਰੋਨਾ ਵਾਇਰਸ ਚੱਲ ਰਿਹਾ ਆ, ਲੋਕ ਬਹੁਤ ਪਰੇਸ਼ਾਨ ਨੇ, ਬਹੁਤ ਜ਼ਿਆਦਾ ਦੁਖੀ ਨੇ, ਪਰ ਕਹਿ ਲਓ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਇਹ ਚਲਾ ਜਾਏਗਾ ਬਹੁਤ ਜਲਦ। ਪ੍ਰਭੂ ਇਹਨੂੰ ਖ਼ਤਮ ਕਰਨਗੇ। ਮੈਂ ਨਹੀਂ ਕਹਿ ਰਹੀ ਕਿ ਮੈਂ ਇਹਨੂੰ ਖ਼ਤਮ ਕਰਾਂਗੀ, ਮੇਰੇ 'ਚ ਕੋਈ ਸਾਮਰਥ ਨਹੀਂ ਹੈ, ਬਟ ਅਸੀਂ ਪ੍ਰਾਰਥਨਾਵਾਂ ਕਰਾਂਗੇ, ਪਰਮੇਸ਼ਵਰ ਇਹਨੂੰ ਖ਼ਤਮ ਕਰਨਗੇ ਬਹੁਤ ਜਲਦੀ। ਪ੍ਰਭੂ ਜਿਹੜਾ ਹੈ ਇਸ ਚੀਜ਼ ਦੇ ਉੱਤੇ ਜਿੱਤ ਪ੍ਰਾਪਤ ਜਿਹੜੀ ਆ ਉਹ ਸਾਨੂੰ ਕਰਵਾਉਣਗੇ। ਔਰ ਲਗਾਤਾਰ ਤੁਸੀਂ ਪ੍ਰਾਰਥਨਾ ਵੀ ਕਰਦੇ ਰਹੋ ਲੋਕਾਂ ਦੇ ਲਈ ਜੋ ਬਿਮਾਰ ਨੇ, ਜਿਨ੍ਹਾਂ ਦੇ ਕੋਲ ਖਾਣ ਦੇ ਲਈ ਨਹੀਂ ਹੈ। ਜੇ ਤੁਹਾਡੇ ਆਲੇ ਦੁਆਲੇ ਕੋਈ ਹੈ ਆ ਤਾਂ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ। ਇੱਥੋਂ ਤੱਕ ਕਿ ਅਸੀਂ ਬਾਹਰ ਜਾ ਕੇ ਤਾਂ ਨਹੀਂ ਕਰ ਸਕਦੇ, ਬਟ ਜੋ ਸਾਡੇ ਘਰਾਂ ਦੇ ਵਿੱਚ ਹੀ ਨੇ, ਜੋ ਕਹਿ ਲਓ ਕਿ ਜਾਂ ਤਾਂ ਕੰਮ ਕਰ ਰਹੇ ਨੇ ਜਾਂ ਫਿਰ ਜੋ ਆਂਢ ਗੁਆਂਢ ਸਾਡੇ ਲਾਗੇ ਦੇ, ਉਹਨਾਂ ਦੀ ਹੀ ਹੈਲਪ ਅਸੀਂ ਕਰ ਸਕਦੇ ਹਾਂ। ਜਿੰਨੀ ਕਿ ਸਾਡੇ ਕੋਲ ਹੋ ਸਕੇ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਅਸੀਂ 3 ਟਾਈਮ ਦਾ ਖਾਣਾ ਖਾਂਦੇ ਹਾਂ ਅਤੇ ਅਸੀਂ 2 ਟਾਈਮ ਖਾ ਕੇ 1 ਟਾਈਮ ਦਾ ਖਾਣਾ ਜਿਹੜਾ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਜਿਨ੍ਹਾਂ ਦੇ ਕੋਲ ਖਾਣ ਦੇ ਲਈ ਕੁਛ ਵੀ ਨਹੀਂ ਆ। ਇਸ ਤਰ੍ਹਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ। ਸੋ ਫਿਰ ਮੈਂ ਆਪਣੇ ਉਸ ਮੈਟਰ 'ਤੇ ਆਵਾਂਗੀ ਕਿ ਪੌਲੁਸ ਕਹਿ ਰਿਹਾ ਆ, ਰਿਜੋਇਸ ਇਨ ਦਾ ਲॉर्ड। ਅਗੇਨ ਆਈ ਐਮ ਸੇਇੰਗ ਰਿਜੋਇਸ ਇਨ ਦਾ ਲॉर्ड। ਆਨੰਦਿਤ ਰਹੋ। ਔਰ ਫਿਰ ਤੁਹਾਨੂੰ ਮੈਂ ਕਹਿ ਰਿਹਾ ਵਾਂ, ਪ੍ਰਭੂ ਦੇ ਵਿੱਚ ਸਦਾ ਆਨੰਦਿਤ ਰਹੋ। ਔਰ ਜਦੋਂ ਮੈਂ ਇਹਨਾਂ ਵਚਨਾਂ ਨੂੰ ਪੜ੍ਹ ਰਹੀ ਸੀ, ਮੈਂ ਆਪਣੀ ਡਾਇਰੀ ਦੇ ਉੱਪਰ ਲਿਖਿਆ, ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ, ਮੇਰੀ ਡਾਇਰੀ ਤੋਂ ਮੈਂ ਪੜ੍ਹ ਕੇ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ ਸਲੀਪਿੰਗ ਬਾਰੇ। ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਮੈਨੂੰ ਆਪਣੀ ਡਾਇਰੀ ਦੇ ਉੱਤੇ ਲਿਖਣਾ ਬਹੁਤ ਵਧੀਆ ਲੱਗਦਾ। ਇਸ ਕਰਕੇ ਜੋ ਪ੍ਰਭੂ ਮੇਰੇ ਨਾਲ ਗੱਲ ਕਰਦੇ ਆ, ਮੈਂ ਆਪਣੀ ਡਾਇਰੀ ਦੇ ਵਿੱਚ ਉਹਨੂੰ ਲਿਖਦੀ ਹਾਂ। ਸੋ ਮੇਰੇ ਕੋਲ ਕਾਫੀ ਡਾਇਰੀਜ਼ ਨੇ ਲਾਸਟ ਈਅਰ ਦੀਆਂ, ਉਸ ਤੋਂ ਲਾਸਟ ਈਅਰ ਦੀਆਂ, 2000 ਲਾਸਟ ਕਿੰਨਾ ਸੀ, 19 ਸੀ, 18, 17, ਇਹ ਸਾਰੀਆਂ ਮੇਰੇ ਕੋਲ ਡਾਇਰੀਜ਼ ਜਿਹੜੀਆਂ ਨੇ ਪਈਆਂ ਹੋਈਆਂ ਨੇ। ਸੋ ਇਹਦੇ ਵਿੱਚ ਮੈਂ ਲਿਖਿਆ ਹੋਇਆ ਆ ਕਿ ਜਦੋਂ ਮੈਂ ਪ੍ਰਾਰਥਨਾ ਕਰ ਰਹੀ ਸੀ, ਜਦੋਂ ਮੈਂ ਵਚਨ ਪੜ੍ਹ ਰਹੀ ਸੀ, ਔਰ ਉਸ ਟਾਈਮ ਮੈਂ ਪ੍ਰਭੂ ਦੀ ਸਾਮਰਥ ਨੂੰ, ਜੋ ਪੌਲੁਸ ਜਿਹਦੇ ਉੱਤੇ ਕਮਾਂਡ ਕਰ ਰਿਹਾ ਆ, ਮੈਂ ਖੁਦ ਵੀ ਫੀਲ ਕਰ ਰਹੀ ਸੀ ਕਿ ਕਿਸ ਤਰ੍ਹਾਂ ਸੰਤ ਪੌਲੁਸ ਇਸ ਚੀਜ਼ ਨੂੰ ਲਿਖ ਰਹੇ ਨੇ, ਕਿਹੜੀ ਪਾਵਰ ਆ, ਔਰ ਕਿਸ ਤਰ੍ਹਾਂ ਉਹ ਇਸ ਚੀਜ਼ ਨੂੰ ਇਹਨੇ ਦੁੱਖ ਦੇ ਵਿੱਚ ਵੀ ਰਹਿ ਕੇ ਲਿਖ ਰਹੇ ਨੇ। ਸਪਿਰਿਟ ਆਫ ਲॉर्ड ਐਮਪਾਵਰ ਪੌਲੁਸ ਟੂ ਰਿਜੋਇਸ ਇਨ ਦਾ ਲॉर्ड। ਕਿ ਜਿਹੜਾ ਆਤਮਾ ਪਰਮੇਸ਼ਵਰ ਦਾ, ਉਹਨੇ ਪੌਲੁਸ ਨੂੰ ਵੀ ਪਾਵਰ ਦਿੱਤੀ, ਸਾਮਰਥ ਦਿੱਤੀ ਕਿ ਉਹ ਜੇਲ੍ਹ ਦੇ ਵਿੱਚ ਰਹਿ ਕੇ ਵੀ ਉਹ ਆਪਣੇ ਆਪ ਨੂੰ ਅਨੋਇੰਟਡ ਫੀਲ ਕਰ ਸਕਣ ਔਰ ਆਪਣੇ ਆਪ ਨੂੰ ਪਾਵਰਫੁਲ ਫੀਲ ਕਰ ਸਕਣ। ਸੋ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਸਕਦਾ ਹੈ ਸ਼ਾਇਦ ਅੱਜ ਤੁਸੀਂ ਆਪਣੇ ਆਪ ਨੂੰ ਵੀਕ ਔਰ ਨਿਰਾਸ਼ ਮਹਿਸੂਸ ਕਰ ਰਹੇ ਹੋਵੋਗੇ, ਤੁਸੀਂ ਸੈਡ ਹੋਵੋਗੇ, ਤੁਹਾਡੇ ਦਿਲ ਦੇ ਵਿੱਚ ਕੋਈ ਨਾ ਕੋਈ ਕਹਿ ਲਓ ਕਿ ਨਿਰਾਸ਼ਾ ਹੋ ਸਕਦੀ ਆ। ਪਰ ਤੁਸੀਂ ਇਹਨਾਂ ਵਚਨਾਂ ਨੂੰ ਪੜ੍ਹਨਾ, ਕਿਉਂਕਿ ਪੌਲੁਸ ਲਿਖ ਰਿਹਾ, ਪ੍ਰਭੂ ਦਾ ਜਨ ਲਿਖ ਰਿਹਾ ਆ ਕਿ ਤੁਸੀਂ ਹਰ ਹਾਲ ਵਿੱਚ ਪ੍ਰਭੂ ਦਾ ਧੰਨਵਾਦ ਕਰੋ ਔਰ ਤੁਸੀਂ ਜਿਹੜੀ ਵੀ ਸਿਚੁਏਸ਼ਨ 'ਚ ਹੈਗੇ ਹੋ ਆਨੰਦਿਤ ਰਹੋ। ਔਰ ਫਿਰ ਤੁਹਾਨੂੰ ਮੈਂ ਕਹਿ ਰਿਹਾ ਵਾਂ, ਆਨੰਦਿਤ ਰਹੋ। ਔਰ ਤੁਸੀਂ ਇਹ ਯਾਦ ਰੱਖੋ ਕਿ ਪਰਮੇਸ਼ਵਰ ਤੁਹਾਡੇ ਨੇੜੇ ਆ, ਪਰਮੇਸ਼ਵਰ ਯੀਸ਼ੂ ਮਸੀਹ ਨੇੜੇ ਆ ਔਰ ਉਹ ਦੁਬਾਰਾ ਆਉਣ ਵਾਲੇ ਆ। ਔਰ ਉਹ ਮਹਿਮਾ ਜਿਹਦੇ ਵਿੱਚ ਉਹ ਸਾਨੂੰ ਲੈ ਕੇ ਜਾਣ ਵਾਲੇ ਆ, ਉਹ ਇਸ ਕਸ਼ਟਾਂ ਦੇ ਸਾਹਮਣੇ ਇਹ ਕਸ਼ਟ ਉਹਦੇ ਸਾਹਮਣੇ ਕੁਛ ਵੀ ਨਹੀਂ ਹੈਗੇ। ਸੋ ਪ੍ਰਭੂ ਤੁਹਾਨੂੰ ਬਲੈਸ ਕਰਨ। ਤੁਸੀਂ ਇਹਨਾਂ ਵਚਨਾਂ ਦੀ ਸਾਮਰਥ ਨੂੰ ਸਮਝੋ। ਔਰ ਬਾਈਬਲ ਦੇ ਵਿੱਚ ਲਿਖਿਆ, ਜਦੋਂ ਤੁਸੀਂ ਪ੍ਰਾਰਥਨਾਵਾਂ ਕਰ ਰਹੇ ਹੋ, ਫਾਸਟਿੰਗ ਕਰ ਰਹੇ ਹੋ, ਪਰਮੇਸ਼ਵਰ ਦੇ ਲਈ ਕਿਸੇ ਨੂੰ ਰੋਟੀ ਖਵਾ ਰਹੇ ਹੋ, ਜਾਂ ਫਿਰ ਕਿਸੇ ਵਿਧਵਾ ਨੂੰ ਦਾਨ ਦੇ ਰਹੇ ਹੋ, ਜਾਂ ਫਿਰ ਕਿਸੇ ਅਨਾਥ ਦੀ ਹੈਲਪ ਕਰ ਰਹੇ ਹੋ, ਜਦੋਂ ਤੁਸੀਂ ਇਹ ਕੰਮਾਂ ਨੂੰ ਕਰ ਰਹੇ ਹੋ, ਉਸ ਟਾਈਮ ਤੁਸੀਂ ਪਰਮੇਸ਼ਵਰ ਦੀ ਹੈਲਪ ਕਰ ਰਹੇ ਹੋ, ਕਿਉਂਕਿ ਪਰਮੇਸ਼ਵਰ ਦਇਆਵਾਨ ਪਰਮੇਸ਼ਵਰ ਆ ਔਰ ਪ੍ਰਭੂ ਦੂਸਰਿਆਂ ਦੇ ਉੱਤੇ ਤਰਸ ਖਾਣ ਵਾਲਾ ਪਰਮੇਸ਼ਵਰ ਆ। ਸੋ ਬਾਈਬਲ ਦੇ ਵਿੱਚ ਲਿਖਿਆ ਆ, ਪਹਿਲਾ ਕੁਰਿੰਥੀਆਂ 15 ਉਹਦੀ 58 ਵਰਸ ਦੇ ਵਿੱਚ ਲਿਖਿਆ ਆ ਕਿ ਜਿਹੜੀ ਤੁਸੀਂ ਮਿਹਨਤ ਕਰ ਰਹੇ ਹੋ ਪ੍ਰਭੂ ਦੇ ਵਿੱਚ, ਉਹ ਵੇਨ ਦੇ ਵਿੱਚ ਨਹੀਂ ਕਰ ਰਹੇ, ਉਹ ਵਿਅਰਥ ਨਹੀਂ ਆ। ਪ੍ਰਭੂ ਦੇ ਵਿੱਚ ਕੀਤੀ ਹੋਈ ਮਿਹਨਤ ਜਿਹੜੀ ਆ ਉਹ ਵਿਅਰਥ ਨਹੀਂ ਆ। ਸੋ ਚਾਹੇ ਤੁਸੀਂ ਕੁਛ ਵੀ ਕਰ ਰਹੇ ਹੋ, ਪ੍ਰਭੂ
ਉਹ ਸਾਰੀ ਮਿਹਨਤ ਦਾ ਤੁਹਾਨੂੰ ਅਜ਼ਰ ਦੇਣਗੇ, ਤੁਹਾਨੂੰ ਬਲੈਸ ਕਰਨਗੇ। ਸੋ ਅਗੇਨ ਆਈ ਐਮ ਸੇਇੰਗ rejoice in the Lord. Again I am saying rejoice in the Lord because Lord is near. So do not worry about anything. God bless you. ਪ੍ਰਭੂ ਤੁਹਾਨੂੰ ਬਰਕਤ ਦੇਣ।